ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਈ ਜਨਮਾਂ ਤੋਂ ਮਾਇਕੀ ਕੁਸੰਗਤ ਕਰਕੇ ਆਪਣਾ ਇਹ ਮਲੀਨ ਜੀਵਨ ਬਣਾਇਆ ਹੈ ਤੇ ਇਸ ਲਈ ਸਾਨੂੰ ਲਗਾਤਾਰ ਸੰਗਤ ਚਾਹੀਦੀ ਹੈ। ਪਰ ਕਈ ਐਸੇ ਜੀਵ ਹਨ ਜਿਹੜੇ ਦੂਰ ਦਰੇਡੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਨਾਮ ਰੰਗਣ ਵਾਲੀ ਸੰਗਤ, ਸ਼ਖਸੀ ਸੰਗਤ ਹਰ ਰੋਜ਼ ਨਸੀਬ ਨਹੀਂ ਹੁੰਦੀ। ਸੋ ਉਸ ਲਈ ਲਗਾਤਾਰ ਸੰਗਤ ਵਿੱਚ ਰਹਿਣ ਲਈ ਇੱਕ ਤਾਂ ਹੈ ਲਿਖਤੀ ਸੰਗਤ ਤੇ ਦੂਸਰਾ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਖਿਆਲੀ ਸੰਗਤ। ਸੋ ਇਹਨਾਂ ਵਿਚਾਰਾਂ ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਗੁਰਬਾਣੀ ਵਿਚਾਰ ਦਾ ਲੇਖ ਸੰਗਤ, ਖਿਆਲਾਂ ਦੀ ਸੰਗਤ। ਜਿਵੇਂ ਰੇਡੀਓ ਜਾਂ ਟੀਵੀ ਸਟੇਸ਼ਨ ਤੋਂ ਅਦ੍ਰਿਸ਼ਟ ਦਾਮਨਿਕ ਚੁੰਬਕੀ ਤਰੰਗਾਂ ਉਪਜਦੀਆਂ ਹਨ, ਉਸੇ ਤਰ੍ਹਾਂ ਸਾਡੇ ਮਨ ਵਿੱਚੋਂ ਵੀ ਲਗਾਤਾਰ ਅਦ੍ਰਿਸ਼ਟ ਲਹਿਰਾਂ ਉਪਜਦੀਆਂ ਰਹਿੰਦੀਆਂ ਹਨ। ਮਨ ਦੇ ਨਾ ਬਹੁਰੰਗੇ ਖਿਆਲਾਂ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ ਤੇ ਭਾਵਨਾਵਾਂ, ਵਾਸ਼ਨਾਵਾਂ ਨੂੰ ਹੀ ਲਹਿਰਾਂ ਜਾਂ ਤਰੰਗਾ ਕਿਹਾ ਜਾਂਦਾ ਹੈ। ਐਸੇ ਖਿਆਲ ਜਾਂ ਵਲਵਲੇ ਸਾਡੇ ਮਨ ਵਿੱਚੋਂ ਅਵਸ਼ ਅਤੇ ਸਹਿਜ ਸੁਭਾਏ ਉਪਜਦੇ ਰਹਿੰਦੇ ਹਨ। ਪਰ ਜੇ ਕਿਸੇ ਜੀਵ ਜਾਂ ਸ਼ੈ ਵਿੱਚ ਸਾਨੂੰ ਦਿਲਚਸਪੀ ਨਾ ਹੋਵੇ ਤਾਂ ਉਸ ਦਾ ਓਪਰਾ ਜਿਹਾ ਖਿਆਲ ਸਾਡੇ ਮਨ ਦੇ ਉੱਤੋਂ ਦੀ ਲੰਘ ਜਾਂਦਾ ਹੈ ਤੇ ਸਾਡਾ ਮਨ ਉਹਨਾਂ ਦ੍ਰਿਸ਼ਾਂ ਦੀ ਪਕੜ ਜਾਂ ਸੰਗਤ ਨਹੀਂ ਕਰਦਾ। ਉਦਾਹਰਨ ਦੇ ਤੌਰ ਤੇ ਜਦ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਅਨੇਕਾਂ ਕਿਸਮ ਦੇ ਬੰਦੇ, ਵਸਤੂਆਂ ਅਤੇ ਦ੍ਰਿਸ਼ ਸਾਨੂੰ ਦਿਖਾਈ ਦਿੰਦੇ ਹਨ, ਪਰ ਜਿਨ੍ਹਾਂ ਵਿੱਚੋਂ ਸਾਨੂੰ ਦਿਲਚਸਪੀ ਹੋਵੇ ਉਹੀ ਬੰਦੇ, ਚੀਜ਼ਾਂ ਜਾਂ ਦ੍ਰਿਸ਼ ਸਾਨੂੰ ਯਾਦ ਰਹਿੰਦੇ ਹਨ ਤੇ ਬਾਕੀ ਸਭ ਕੁਝ ਉਸੇ ਵੇਲੇ ਭੁੱਲ ਜਾਂਦੀਆਂ ਹਨ। ਸਾਨੂੰ ਉਹੀ ਚੀਜ਼ਾਂ ਖਿੱਚ ਪਾਉਂਦੀਆਂ ਹਨ ਜਿਹੜੀਆਂ ਸਾਨੂੰ ਭਾਉਂਦੀਆਂ ਹੋਣ। ਸਾਡਾ ਮਨ ਉਹਨਾਂ ਮਨ ਭਾਉਂਦੀਆਂ ਚੀਜ਼ਾਂ ਨੂੰ ਪਕੜ ਲੈਂਦਾ ਹੈ ਅਤੇ ਮੁੜ ਮੁੜ ਯਾਦ ਕਰਕੇ ਉਸ ਦਾ ਸੰਗ ਕਰਦਾ ਹੈ। ਇਸ ਤਰ੍ਹਾਂ ਅਸੀਂ ਦਿਲਚਸਪੀ ਵਾਲੀਆਂ ਚੀਜ਼ਾਂ ਦੀਆਂ ਖਿੱਚ ਖਾਂਦੇ ਹਾਂ, ਪਕੜ ਕਰਦੇ ਹਾਂ, ਉਹਨਾਂ ਨੂੰ ਮੁੜ ਮੁੜ ਕੇ ਯਾਦ ਕਰਦੇ ਹਾਂ, ਸੰਗ ਕਰਦੇ ਹਾਂ, ਅਭਿਆਸ ਕਰਦੇ ਹਾਂ, ਅਸਰ ਲੈਂਦੇ ਹਾਂ, ਰੰਗਤ ਲੈਂਦੇ ਹਾਂ, ਸਵਾਦ ਮਾਣਦੇ ਹਾਂ। ਇਸੇ ਤਰ੍ਹਾਂ ਮੁੜ ਮੁੜ ਯਾਦ ਕਰਨ ਨਾਲ ਉਹ ਖਿਆਲ ਜਾਂ ਦ੍ਰਿਸ਼ ਸਾਡੇ ਅੰਤਰ, ਮਨ, ਬੁੱਧੀ, ਚਿੱਤ ਦੀਆਂ ਹੇਠਲੀਆਂ ਤਹਿਾਂ ਅਥਵਾ ਅੰਤਸ਼ਕਰਣ ਵਿੱਚ ਧਸ ਵਸ ਰਸ ਜਾਂਦੇ ਹਨ। ਕਿਸੇ ਖਿਆਲ ਜਾਂ ਵਲਵਲੇ ਨੂੰ ਮੁੜ ਮੁੜ ਕੇ ਯਾਦ ਕਰਨਾ ਹੀ ਉਸ ਖਿਆਲ ਦੀ ਸੰਗਤ ਕਰਨੀ ਹੁੰਦੀ ਹੈ। ਹਾਂਜੀ, ਕਿਸੇ ਵੀ ਖਿਆਲ ਨੂੰ ਜਦੋਂ ਅਸੀਂ ਮੁੜ ਮੁੜ ਕੇ ਘੋੜਦੇ ਹਾਂ ਆਪਣੇ ਅੰਦਰ, ਉਸ ਨੂੰ ਯਾਦ ਕਰਦੇ ਹਾਂ, ਤਾਂ ਇਹ ਖਿਆਲ ਨਾਲ ਸੰਗਤ ਹੁੰਦੀ ਹੈ ਅਤੇ ਉਸ ਖਿਆਲ ਦੀ ਰੰਗਤ ਸਾਡੇ ਅੰਦਰ ਆ ਜਾਂਦੀ ਹੈ। ਇਸ ਰੰਗਤ ਦੁਆਰਾ ਹੀ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। ਜੇ ਇਹਨਾਂ ਖਿਆਲਾਂ ਦੀ ਰੰਗਤ ਸਾਡੇ ਮਨ ਦੀਆਂ ਡੂੰਘੀਆਂ ਤਹਿਾਂ ਅਥਵਾ ਅੰਤਸ਼ਕਰਣ ਵਿੱਚ ਧਸ ਵਸ ਰਸ ਜਾਵੇ ਤਾਂ ਇਸ ਰੰਗਤ ਨੂੰ ਮੇਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਸਾਡੇ ਮਨ ਉੱਤੇ, ਮਨ ਅਤੇ ਬੁੱਧੀ ਨੂੰ ਸਮਝ ਵੀ ਆ ਜਾਵੇ ਕਿ ਇਹ ਮਾਨਸਿਕ ਰੰਗਤ ਜਿਹੜੀ ਅਸੀਂ ਆਪ ਆਪਣੇ ਅੰਤਸ਼ਕਰਣ ਵਿੱਚ ਵਸਾਈ ਹੈ, ਇਹ ਦੁਖਦਾਈ ਹੈ ਅਤੇ ਹਾਨੀਕਾਰਕ ਹੈ, ਤਾਂ ਵੀ ਅੰਤਸ਼ਕਰਣ ਵਿੱਚ ਦ੍ਰਿੜ ਹੋਈ ਅਤੇ ਰਸੀ ਹੋਈ ਰੰਗਤ ਮੱਲੋ ਮੱਲੀ ਉਗੜ ਕੇ ਸਾਹਮਣੇ ਆਉਂਦੀ ਹੈ ਅਤੇ ਜੀਵ ਬੇਵਸ ਹੋ ਕੇ ਆਪਣੀ ਪੁਰਾਣੀ ਮਲੀਨ ਰੋੜ ਵਿੱਚ ਅਚੇਤ ਹੀ ਰੁੜਿਆ ਜਾਂਦਾ ਹੈ। ਮਲੀਨ ਅਤੇ ਨੀਵੀਂ ਰੰਗਤ ਵਾਲੇ ਖਿਆਲਾਂ ਦੀ ਕੁਸੰਗਤ ਤੋਂ ਸਾਡੇ ਅੰਦਰ ਨੀਵੇਂ ਵਲਵਲੇ ਅਤੇ ਨੀਵੀਆਂ ਵਾਸ਼ਨਾਵਾਂ ਉਪਜਦੀਆਂ ਹਨ, ਜਿਹਾ ਕਿ ਸ਼ੱਕ, ਸਾੜਾ, ਈਰਖਾ, ਦਵੈਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜ਼ੀ, ਧੜੇਬਾਜ਼ੀ, ਵੈਰ ਵਿਰੋਧ, ਟਾਕਰਾ, ਝਗੜੇ, ਲੜਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਸਭ ਸਾਡੀ ਖਿਆਲਾਂ ਦੀ ਕੁਸੰਗਤ ਤੋਂ ਉਪਜਦੀ ਹੈ। ਇਸ ਤੋਂ ਉਲਟ ਜੇ ਸਾਡੇ ਮਨ ਉੱਤੇ ਆਤਮ ਪ੍ਰਕਾਸ਼ ਦੀ ਦੈਵੀ ਝਲਕ ਪੈ ਜਾਵੇ ਤਾਂ ਸਾਡੇ ਖਿਆਲ ਅਤੇ ਵਲਵਲੇ ਦੈਵੀ ਗੁਣਾਂ ਵਾਲੇ ਹੋ ਜਾਂਦੇ ਹਨ, ਜਿਹਾ ਕਿ ਦਇਆ, ਖਿਮਾ, ਨਿਮਰਤਾ, ਪਰਉਪਕਾਰ, ਹਲੇਮੀ, ਸੱਚ, ਸੰਤੋਖ, ਸਬਰ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਹਮਦਰਦੀ, ਪਿਆਰ, ਵਿਸ਼ਾਲਤਾ, ਭਰੋਸਾ ਆਦਿ। ਇਹ ਉਸ ਵੇਲੇ ਉਪਜਦੇ ਹਨ ਸਾਡੇ ਖਿਆਲਾਂ ਵਿੱਚੋਂ ਜਦੋਂ ਸਾਡੇ ਮਨ ਉੱਤੇ ਦੈਵੀ ਝਲਕ ਪੈਂਦੀ ਹੈ। ਅਸਲ ਵਿੱਚ ਇਹ ਬੇਅੰਤ ਕਾਇਨਾਤ ਅਕਾਲ ਪੁਰਖ ਦੇ ਕਵਾਵ ਅਥਵਾ ਹੁਕਮ ਦਾ ਰੂਪਮਾਨ ਸਰੂਪ ਹੀ ਹੈ। ਇਸ ਕਵਾਵ ਅਥਵਾ ਇਲਾਹੀ ਵਲਵਲਿਆਂ ਦੇ ਪਿੱਛੇ ਅਨੰਤ ਆਤਮਿਕ ਸ਼ਕਤੀ ਹੈ ਜੋ ਅਨੇਕਾਂ ਰੂਪਾਂ ਰੰਗਾਂ ਵਿੱਚ ਰਵ ਰਹੀ ਭਰਪੂਰ ਹੈ। ਲਗਾਤਾਰ ਅਭਿਆਸ ਦੁਆਰਾ ਸਾਡੇ ਖਿਆਲ ਅਤੇ ਵਲਵਲਿਆਂ ਨੂੰ ਸ਼ਕਤੀ ਮਿਲਦੀ ਹੈ। ਇਸੇ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ
महापुरखां दे शक्तिमान या ख्याल या वलवले भी रूपमान होके वरदे हन। जिवें परमात्मा दा कुआव या ख्याल रूपमान होके सृष्टि दे रूप विच वरतिया, इसे तरह गुरमुख प्यारियां दे ख्याल भी इतने शक्तिमान होंदे हन कि वह रूपमान होके संसार विच वरतदे हन। सो जद इहो जे शक्तिमान ख्यालां नाल साडा मन मेल करदा है, परसदा है, संग करदा है, इन्हां दा असर लैंदा है, इसकी छोह प्राप्त करदा है, लेवा देवी करदा है, तां साडे मन उते डूंगा अते तीखण असर होंदा है, जो साडे मन चित्त दियां हेठलियां तहां विच उतर जांदा है अते साडी हस्ती या शख्सियत नूं बदल दिंदा है। सो इसलिए गुरबाणी विच सानू कुसंगत अथवा नीवी मायकी संगत तो बचण दी ताड़ना की गई है, क्योंकि कुसंगत तो नीवे ख्याल ही उपजते रहते हैं। उन्हां पास दुआस न पीटी है जिन अंतर क्रोध चंडाल, तिन संग संग न की जई नानक जिन अपना सुआओ, मनमुख सेती दोस्ती थोड़िया दिन चार, इस प्रीति टुटदी विलम न हो वई इत दोस्ती चलन विकार, साकत संग न कीजिए जानते होए बिनाओ, कबीर साकत संग न कीजिए दूरें जाइए भाग, बासन कारो परसिए तव कछ लागे दा, मनमुख सेती संग करे मुंह कालख दाग लगाए। दूजे पासे उत्तम दैवी संगत की ताकीदी प्रेरणा की गई है, क्योंकि दैवी संगत करन नाल मन विच सोहणे सोहणे ख्याल उपजदे हन। सच्ची संगत बैसना सच नाम मन तीर, साधु संग करो सब कोए सदा कल्याण फिर दुख न होए, फित पाओ गोबिंद भजो संतै की सिखले हो, प्रीत करो सद एक स्यों एहा साचा स्नेहो, उठत बैठत हर भजो साधु संग परीत, नानक दुर्मत छुट गई पार ब्रह्म बसै जी, तित जाए बहो सत्संगति जिथे हर का हर नाम बिलोइए। सो इस विचार का सिट्टा इयों कढ़िया जा सकता है कि इलाही ख्याल अथवा कुआव द्वारा ही सारी कायनात रची गई है। ये नुक्तियां नूं ध्यान नाल सरवण करना जी कि इलाही कुआव द्वारा ये सारी कायनात रची गई है। कीता पसाओ एको कुआव तिस्ते होए लख दरियाओ। दूजा इलाही फुरने अथवा हुक्म अंसारी इस सारी कायनात दा वट खेल तमाशा चल रहा है। तुद आपे सिष्ट सिरजिया आपे फुन गोई, सब इको शब्द वरतदा जो करे सो होई। इस कायनात दी इस दुनिया दी अपने आप विच कोई हस्ती नहीं, ये सारा मायकी मंडल साडे ख्यालां दा ही रूपमान स्वरूप है। ये कायनात अस्थिर चलायमान अते झूठी है। कूड़ राजा कूड़ प्रजा कूड़ सब संसार, ऐसे कूड़े संसार नाल साडा संबंध अते वर्त वर्तारा भी कूड़ा है, जिसकी संगत विच इतने गलतान हो गए हाँ कि असी कायनात दे सिरजणहारे उस करते नूं भी भुल गए हाँ। कूड़ कूड़े नेहों लगा विसरिया करतार, पलच पलच सगली मुई झूठे तंदे मुँह। इलाही हुक्म अंसारी होमे वेड़ी मैं मेरी अथवा अते दूजे भाव उपजदे हन। होमे एहो हुक्म है पईए किरत फिराए। मन दी रंगत अंसारी जीवां अंदर वासनावां अते वलवले उठदे हन अते इन्हां दे प्रभाव विच ही जीव सोचदे चितवदे ख्याल करदे कर्म करदे बंधना विच पैंदे नतीजे भोगदे हन। मन दी रंगत पिछे असीं पढ़िया कि साडे ख्यालां दे मुड़ मुड़ दोहराउण नाल बनदी। इसे मन दी रंगत या ख्यालां दी रंगत अंसारी जीव आपस विच वरतदे हन, असर देंदे हन, असर लैंदे हन, लेवा देवी करदे हन, प्यार करदे हन, सेवा करदे हन, किरणा करदे हन, वैर विरोध करदे हन अते लड़ाइयां करदे हन। इसे ही मन दी रंगत अंसारी साडे अंदर चंगे दैवी गुण या नीवे मलीन अवगुण उपजदे हन। इन्हां गुणा या अवगुणा अंसारी साडा जीवन खुशहाल या दुखी होंदा है। सो इन्हां चंगे या माड़े ख्यालां नूं मुड़ मुड़ याद करन नाल, मुड़ मुड़ दोहराउण नाल, मुड़ मुड़ अभ्यास करन नाल ये ख्याल तीखण तीबर अते दामनिक हो जाते हैं, शक्तिमान हो जाते हैं। ऐसे अभ्यास कीते हुए दामनिक ख्याल साडे मन चित्त ते अंतस्करण विच धस वस रस के समा के रूपमान हो जाते हैं
ਅਤੇ ਸਾਡੇ ਅੰਦਰ ਪੂਤਾ ਪ੍ਰੇਤਾਂ ਵਾਂਗ ਚਿਮੜੇ ਰਹਿੰਦੇ ਹਨ। ਨਜ਼ਰ ਲੱਗਣੀ, ਵਰ ਦੇਣੇ, ਸਰਾਪ ਦੇਣੇ, ਲੇਵਾ ਦੇਵੀ ਹੋਣੀ ਜਾਂ ਫਿਰ ਨਦਰੀ ਨਦਰ ਨਿਹਾਲ ਹੋਣਾ ਇਹਨਾਂ ਚੰਗੇ ਜਾਂ ਮਾੜੇ ਦਾਮਨ ਖਿਆਲਾਂ ਦਾ ਹੀ ਪ੍ਰਗਟਾਵਾ ਹੈ। ਮਨ ਦੀਆਂ ਹੇਠਲੀਆਂ ਤਹਿਾਂ ਅਥਵਾ ਅੰਤਸ਼ਕਰਣ ਵਿੱਚ ਦ੍ਰਿੜ ਹੋਏ ਖਿਆਲਾਂ ਜਾਂ ਚਿਤਵਨੀਆਂ ਦੀ ਰੰਗਤ ਅਨੁਸਾਰ ਹੀ ਸਾਡੀ ਸ਼ਖਸੀਅਤ ਬਣਦੀ ਹੈ। ਜੀਵ ਦੇ ਆਚਾਰ, ਵਿਵਹਾਰ, ਆਦਤਾਂ, ਸੁਭਾਅ ਵੀ ਸ਼ਖਸੀਅਤ ਦੇ ਪ੍ਰਤੀਕ ਹਨ ਜੋ ਸਾਡਾ ਜੀਵਨ ਰੂਪੀ ਹੋ ਜਾਂਦਾ ਹੈ। ਇਹੋ ਮਾਨਸਿਕ ਰੰਗਤ ਅਥਵਾ ਸ਼ਖਸੀਅਤ ਜੀਵਨ ਦੇ ਹਰ ਪੱਖ ਵਿੱਚ ਅਣਜਾਣੇ ਸਹਿਜ ਸੁਭਾਏ ਅਤੇ ਮੱਲੋ ਮੱਲੀ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਮਾਨਸਿਕ ਰੰਗਤ ਦੀ ਤੀਬਰਤਾ ਤੇ ਤੀਖਣਤਾ ਅਨੁਸਾਰ ਹੀ ਅਸੀਂ ਇੱਕ ਦੂਜੇ ਤੇ ਅਸਰ ਪਾਉਂਦੇ ਹਾਂ ਜਾਂ ਫਿਰ ਅਸਰ ਲੈਂਦੇ ਹਾਂ। ਸੋ ਹਰ ਇੱਕ ਕਲਪਨਾ, ਛੋਟਾ ਜਿਹਾ ਖਿਆਲ ਜਦ ਸਾਡੇ ਮਨ ਨਾਲ ਖਿੰਨ ਪਲ ਲਈ ਛੋਂਦਾ ਹੈ, ਪਰਸਦਾ ਹੈ, ਲੰਘਦਾ ਹੈ, ਸੰਗ ਕਰਦਾ ਹੈ, ਤਾਂ ਉਹ ਆਪਣੀ ਚੰਗੀ ਜਾਂ ਮਾੜੀ ਰੰਗਤ ਦੀ ਹਲਕੀ ਜਿਹੀ ਅਣਦਿਸਦੀ ਅਣਪਛਾਤੀ ਭਾ ਜਾਂ ਛੋਹ ਛੱਡ ਜਾਂਦਾ ਹੈ। ਕੋਈ ਵੀ ਨਿੱਕਾ ਜਿਹਾ ਫੁਰਨਾ, ਮਾੜਾ ਜਿਹਾ ਵੀ ਖਿਆਲ ਸਾਡੇ ਮਨ ਵਿੱਚੋਂ ਲੰਘਦਾ ਹੈ, ਉਹ ਆਪਣੀ ਮਾੜੀ ਜਿਹੀ ਛੋਟੀ ਜਿਹੀ ਭਾ ਸਾਡੇ ਮਨ ਉੱਤੇ ਛੱਡ ਜਾਂਦਾ ਹੈ, ਜਿਸ ਦਾ ਸਾਨੂੰ ਪਤਾ ਨਹੀਂ ਲੱਗਦਾ। ਇਹ ਅਣਪਛਾਤੇ ਹੀ ਲੰਘ ਜਾਂਦਾ ਹੈ। ਤੇ ਉਸੇ ਖਿਆਲ ਨੂੰ ਜਦ ਅਸੀਂ ਦੂਜੀ ਜਾਂ ਤੀਜੀ ਵਾਰੀ ਦੁਹਰਾਉਂਦੇ ਹਾਂ ਤੇ ਤਾਂ ਉਹ ਜਿਹੜੀ ਰੰਗਤ ਹੈ ਜਾਂ ਭਾ ਹੈ ਗਾੜੀ ਹੁੰਦੀ ਜਾਂਦੀ ਹੈ ਤੇ ਮੁੜ ਮੁੜ ਅਭਿਆਸ ਕਰਨ ਨਾਲ ਇਹ ਰੰਗਤ ਦ੍ਰਿੜ ਹੋ ਜਾਂਦੀ ਹੈ ਜੋ ਜ਼ਾਹਿਰਾ ਤੌਰ ਤੇ ਪ੍ਰਗਟ ਹੋਣ ਲੱਗ ਜਾਂਦੀ ਹੈ। ਇਸ ਲਈ ਖਿਆਲਾਂ ਦੇ ਛੋਹਣ ਪਰਸਣ ਦੁਆਰਾ ਹੀ ਸਾਡਾ ਮਨ ਸੰਗਤ ਜਾਂ ਕੁਸੰਗਤ ਕਰਦਾ ਹੈ। ਇੱਕੇ ਰੰਗਤ ਦੇ ਖਿਆਲਾਂ ਦੀ ਲਗਾਤਾਰ ਚਿਤਵਨੀ ਜਾਂ ਅਭਿਆਸ ਨਾਲ ਇਹ ਰੰਗਤ ਸਾਡੇ ਮਨ ਚਿਤ ਬੁੱਧੀ ਅੰਤਸ਼ਕਰਣ ਵਿੱਚ ਧਸ ਵਸ ਰਸ ਕੇ ਦ੍ਰਿੜ ਹੁੰਦੀ ਜਾਂਦੀ ਹੈ। ਇਸ ਦ੍ਰਿੜ ਹੋਈ ਰੰਗਤ ਅਨਸਾਰੀ ਸਾਡਾ ਮਨ, ਤਨ, ਬੁੱਧੀ ਅਤੇ ਆਲਾ ਦੁਆਲੇ ਦਾ ਮਾਹੌਲ ਘੜੀਂਦਾ ਹੈ। ਜਿਹੜੀ ਰੰਗਤ ਦੀ ਅਸੀਂ ਮੁੜ ਮੁੜ ਕੇ ਅਭਿਆਸ ਕਰਦੇ ਹਾਂ ਬਹੁਤ ਦੇਰ ਤਾਈਂ ਉਹ ਅੰਤਸ਼ਕਰਣ ਵਿੱਚ ਉਤਰਦੀ ਹੈ ਤੇ ਉਸੇ ਅਨਸਾਰ ਹੀ ਸਾਡਾ ਮਨ ਬਣਦਾ ਹੈ, ਤਨ ਬਣਦਾ ਹੈ, ਬੁੱਧੀ ਉਸੇ ਅਨਸਾਰ ਹੁੰਦੀ ਹੈ ਤੇ ਆਲੇ ਦੁਆਲੇ ਦਾ ਜਿਹੜਾ ਸਾਡਾ ਵਾਤਾਵਰਣ ਮਾਹੌਲ ਹੈ ਉਹ ਵੀ ਉਸੇ ਰੰਗਤ ਅਨਸਾਰ ਬਣਦਾ ਹੈ। ਸੋ ਐਸੀ ਚੰਗੀ ਜਾਂ ਮਾੜੀ ਦ੍ਰਿੜ ਕੀਤੀ ਹੋਈ ਮਨ ਦੀ ਰੰਗਤ ਸਾਡੀ ਸਰੀਰ ਦੀ ਮੌਤ ਤੋਂ ਬਾਅਦ ਵੀ ਨਾਸ਼ ਨਹੀਂ ਹੁੰਦੀ, ਬਲਕਿ ਅਗਲਿਆਂ ਜਨਮਾਂ ਵਿੱਚ ਵੀ ਨਾਲ ਜਾਂਦੀ ਹੈ ਜੀਵ ਦੇ, ਜਿਸ ਦਾ ਨਤੀਜਾ ਸਾਨੂੰ ਅਗਲੇ ਜਨਮਾਂ ਵਿੱਚ ਵੀ ਅਵਸ਼ ਭੋਗਣਾ ਪੈਂਦਾ ਹੈ। ਅਸਲ ਵਿੱਚ ਸੰਗਤ ਜਾਂ ਕੁਸੰਗਤ ਅਨਸਾਰੀ ਸਾਡੇ ਮਨ ਉਤੇ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ ਅਤੇ ਇਸੇ ਰੰਗਤ ਅਨਸਾਰੀ ਅਸੀਂ ਸੁਖ ਦੁੱਖ ਭੋਗਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੰਗ ਸੁਭਾਵ ਅਸਾਧ ਸਾਧ ਪਾਪ ਪੁੰਨ ਦੁੱਖ ਸੁਖ ਫਲ ਪਾਵੇ। ਜੀਵ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਜਿਸ ਕਾਰਨ ਸਾਡੇ ਖਿਆਲ ਸਹਿਜ ਸੁਭਾਏ ਮਾਇਆ ਦੀ ਮਲੀਨ ਨੀਵੀਂ ਰੰਗਤ ਵਾਲੇ ਹੀ ਹੁੰਦੇ ਹਨ। ਸੋ ਇਸ ਲਈ ਸਾਨੂੰ ਆਪਣੇ ਜੀਵਨ ਨੂੰ ਉਚੇਰਾ, ਚੰਗੇਰਾ, ਸੋਹਣੇਰਾ, ਸੁਖਦਾਈ, ਦੈਵੀ ਅਤੇ ਉੱਤਮ ਬਣਾਉਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੱਚੀ ਸੁੱਚੀ ਦੈਵੀ ਸੰਗਤ ਕਰਨੀ ਲਾਜ਼ਮੀ ਹੈ, ਕਿਉਂਕਿ ਇਹਨਾਂ ਦੀ ਸੰਗਤ ਨਾਲ ਮਨ ਵਿੱਚ ਉੱਚੇ ਖਿਆਲ ਉਪਜਦੇ ਹਨ ਜਿਨ੍ਹਾਂ ਦੁਆਰਾ ਸਾਡਾ ਜੀਵਨ ਚੰਗਾ ਬਣਦਾ ਹੈ। ਖੋਜਤ ਖੋਜਤ ਸੁਨੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। शुभ चिंतन गोबिंद रमन, निर्मल साधु संग, संत सभा सुख उपजै, गुरमुख नाम आधार। साजन संत मिल नाम जपे, शीतल शांत सहज सुख पाया, ठांड पाई प्रभ आपे जी। तन मन मोलिया राम स्यों, संग साध सहेलड़िया। साध संग पयो जन्म प्राप्त, साध संगत निहचो है तरना। वाहिगुरु जी का खालसा, वाहिगुरु जी की